ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 4 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਸੰਪਾਦਨ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ, ਜਿਹਦੇ ਵਿੱਚ ਕੱਲ ਮੈਂ ਆਪ ਜੀ ਨਾਲ ਗੱਲ ਸਾਂਝੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31ਵਾਂ ਰਾਗ ਜੋ ਹੈ ਉਹ ਜੈਜਾਵੰਤੀ ਰਾਗ ਹੈ, ਔਰ ਇਸ ਰਾਗ ਦੇ ਵਿੱਚ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਹੈ। 31 ਰਾਗ ਬਣੇ ਤਾਂ ਨੇ, ਪਹਿਲਾਂ 30 ਸੀਗੇ, ਕਿਉਂਕਿ ਜੈਜਾਵੰਤੀ ਰਾਗ ਦੇ ਵਿੱਚ ਹੋਰ ਕਿਸੇ ਗੁਰੂ ਸਾਹਿਬਾਨ ਨੇ ਬਾਣੀ ਨਹੀਂ ਉਚਾਰਨ ਕੀਤੀ, ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 4 ਸ਼ਬਦ ਉਚਾਰਨ ਕੀਤੇ। ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਦਰਜ ਕਰਾਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਤੇ ਉਹਨਾਂ ਨੇ 31ਵਾਂ ਰਾਗ ਇਹ ਫਿਰ ਦਰਜ ਕਰਾਤਾ। ਇਸ 31 ਰਾਗ ਹੋ ਗਏ, 4 ਸ਼ਬਦ ਨੇ ਇਹਦੇ ਵਿੱਚ। ਅਗਲਾ ਭਾਗ ਜਿਹੜਾ ਮੈਂ ਆਪ ਜੀ ਨਾਲ ਵਿਚਾਰਨ ਲੱਗਾ ਥੋੜਾ ਜਿਹਾ ਸਮਝਣ ਵਾਲਾ ਹੈ। ਜਿਹੜੇ ਤੇ ਨੇਮ ਨਾਲ ਗੁਰਬਾਣੀ ਪੜ੍ਹਨ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਉਹਨਾਂ ਨੂੰ ਤੇ ਸਮਝ ਲੱਗ ਗਈ ਹੋਏਗੀ ਜੇ ਉਹਨਾਂ ਕੋਸ਼ਿਸ਼ ਕੀਤੀ ਹੋਏਗੀ, ਲੇਕਿਨ ਆਮ ਸਿੱਖ ਨੂੰ ਬਹੁਤਾ ਨਹੀਂ ਪਤਾ ਹੁੰਦਾ। ਇਸ ਲਈ ਮੈਂ ਇਸ ਜਾਣਕਾਰੀ ਨੂੰ ਇਕੱਲੇ ਹੀ ਸਾਂਝਾ ਕਰ ਰਿਹਾ, ਦੂਜਿਆਂ ਨਾਲ ਵਿੱਚ ਮਿਕਸਅਪ ਨਹੀਂ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਪਾਦਨ ਕਰਾਇਆ ਗੁਰੂ ਅਰਜਨ ਸਾਹਿਬ ਨੇ, ਉਹਨੂੰ ਇੱਕ ਬੜੇ ਸਿਸਟਮ ਦੇ ਨਾਲ ਕਰਾਇਆ, ਔਰ ਸਾਰੀ ਬਾਣੀ ਉਸ ਨੇਮ ਦੇ ਨਾਲ ਹੀ ਦਰਜ ਹੈ। ਉਹ ਗੁਰਬਾਣੀ ਦੇ ਵਿੱਚ ਜਿਹੜੇ ਸ਼ਬਦ ਨੇ, ਉਹਦੇ ਵਿੱਚ ਸ਼ਬਦ ਨੇ, ਸ਼ਬਦਾਂ ਦੇ ਅਲੱਗ-ਅਲੱਗ ਪਦਿਆਂ ਦੇ ਵਿੱਚ ਵੰਡੇ ਹੋਏ ਨੇ, ਜਿਵੇਂ ਦੁਪਦੇ, ਤਿਪਦੇ। ਦੁਪਦੇ ਮਤਲਬ 2 ਪਦਿਆਂ ਵਾਲਾ ਸ਼ਬਦ, ਤਿਪਦੇ 3 ਸ਼ਬਦ ਬੰਦਾ ਵਾਲਾ ਸ਼ਬਦ, ਫਿਰ ਚੌਪਦੇ 4 ਬੰਦਾ ਵਾਲਾ ਸ਼ਬਦ, ਫਿਰ ਅਸ਼ਟਪਦੀਆਂ 8 ਬੰਦਾ ਵਾਲਾ ਸ਼ਬਦ। ਇੱਥੋਂ ਕਿ ਉਹਦੇ ਬਾਅਦ 16 ਵੀ ਆਉਂਦੇ ਨੇ ਮਾਰੂ ਰਾਗ ਦੇ ਵਿੱਚ, 16 ਪਦਿਆਂ ਵਾਲਾ ਸ਼ਬਦ। ਹੁਣ ਇਹਨਾਂ ਵਿੱਚ ਇੱਕ ਹੋਰ ਫਰਕ ਹੈ, ਕਈ ਜਗ੍ਹਾ ਤੇ 5 ਪਦਿਆਂ ਵਾਲਾ ਵੀ ਸ਼ਬਦ ਆ ਗਿਆ ਤੇ ਚੌਪਦਿਆਂ ਦੇ ਵਿੱਚ ਹੀ ਦਰਜ ਕੀਤਾ ਗਿਆ, ਉਹਦੀ ਅਲੱਗ ਕੈਟੇਗਰੀ ਨਹੀਂ ਬਣਾਈ ਗਈ। ਇਸ ਤਰ੍ਹਾਂ ਹੀ 9 ਪਦਿਆਂ 10 ਪਦਿਆਂ ਵਾਲਾ ਸ਼ਬਦ ਵੀ ਆ ਗਿਆ ਤਾਂ ਅਸ਼ਟਪਦੀਆਂ ਵਿੱਚ ਦਰਜ ਕੀਤਾ ਗਿਆ, ਉਹਨਾਂ ਲਈ ਅਲੱਗ ਨਹੀਂ ਜੁਟ ਬਣਾਇਆ ਗਿਆ। ਇਸ ਤਰ੍ਹਾਂ 16 ਦੇ ਵਿੱਚ ਵੀ ਹੈ, ਕਿਤੇ ਵਧੇਰੇ ਪਦਿਆਂ ਵਾਲੇ ਸ਼ਬਦ ਨੇ ਉਹਦੇ ਵਿੱਚ ਹੀ ਆ ਜਾਂਦੇ ਨੇ। ਕਈ ਅਸ਼ਟਪਦੀਆਂ ਦੇ ਵਿੱਚ 24 ਇਸ ਤੋਂ ਵੱਧ ਪਦਿਆਂ ਦੇ ਸ਼ਬਦ ਆ ਜਾਂਦੇ ਨੇ। ਉੱਥੇ ਅਲੱਗ-ਅਲੱਗ ਨੇਮ ਦੇ ਵਿੱਚ ਨਹੀਂ ਦਰਜ ਕੀਤਾ ਗਿਆ, ਜਿਵੇਂ 3 ਅਸ਼ਟਪਦੀਆਂ ਇਕੱਠੀਆਂ ਦਰਜ ਕਰ ਦਿੱਤੀਆਂ ਤੇ ਉਹ 24 ਬੰਦ ਬਣ ਗਏ, ਜਾਂ ਉਹਦੇ ਵਿੱਚ ਹੁਣ 2 8 ਪਦਿਆਂ ਵਾਲੀਆਂ ਹੋ ਸਕਦੀਆਂ, ਇੱਕ 9 ਵਾਲੀ ਹੋ ਸਕਦੀ ਹੈ, 25 ਬੰਦ ਬਣ ਗਏ। ਉਹ ਜਿਸ ਵੇਲੇ ਆਪਾਂ ਧਿਆਨ ਨਾਲ ਗੁਰਬਾਣੀ ਪੜ੍ਹੀਏ ਤਾਂ ਪਤਾ ਲੱਗ ਜਾਂਦਾ ਹੈ ਵੀ ਇੱਥੇ ਇੱਕ ਅਸ਼ਟਪਦੀ ਹੋ ਗਈ, ਦੂਜੀ ਅਸ਼ਟਪਦੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ, ਉਸੇ ਗੁਰੂ ਸਾਹਿਬਾਨ ਦੀ ਹੈ, ਉਸੇ ਘਰ ਦੇ ਵਿੱਚ ਗਾਈ ਜਾ ਰਹੀ ਹੈ, ਤੇ ਉਹਨਾਂ ਨੂੰ ਇਕੱਠੇ ਵੀ ਕਰ ਦਿੱਤਾ ਗਿਆ। ਹੁਣ ਸ਼ਬਦਾਂ ਤੋਂ ਬਗੈਰ ਫਿਰ ਛੰਤ ਨੇ, ਇਹ ਕਿਸਮਾਂ ਨੇ ਰਾਗਾਂ ਦੀਆਂ, ਰਾਗਨੀਆਂ ਦੀਆਂ, ਕਵਿਤਾ ਦੀਆਂ, ਕਾਵ ਦੀਆਂ। ਰਾਗਾਂ ਦੀਆਂ ਨੇ, ਕਾਵ ਦੀਆਂ ਕਿਸਮਾਂ ਨੇ ਛੰਤ। ਫਿਰ ਵਾਰਾਂ ਨੇ, ਇਸ ਤੋਂ ਇਲਾਵਾ ਸ਼ਲੋਕ ਨੇ। ਹੁਣ ਇਹਨਾਂ ਨੂੰ ਜਿਹੜਾ ਦਰਜ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਪਹਿਲਾਂ ਸ਼ਬਦ ਦਰਜ ਕੀਤੇ ਗਏ ਨੇ, ਅਸ਼ਟਪਦੀਆਂ, ਫਿਰ ਉਹਦੇ ਬਾਅਦ ਛੰਤ ਆ ਜਾਂਦੇ ਨੇ, ਫਿਰ ਉਹਦੇ ਬਾਅਦ ਅਗਰ ਕੋਈ ਵਾਰ ਹੈ ਉਸ ਰਾਗ ਦੇ ਵਿੱਚ ਤੇ ਵਾਰ ਆ ਜਾਂਦੀ ਹੈ, ਇੱਕ ਹੋਵੇ ਜਾਂ ਵਧੇਰੇ ਵਾਰਾਂ ਹੋਣ। ਉਹਦੇ ਬਾਅਦ ਭਗਤਾਂ ਦੇ ਸ਼ਬਦ ਆਉਂਦੇ ਨੇ।
ਹੁਣ ਇਹ ਵੀ ਇੱਕ ਨੇਮ ਦੇ ਵਿੱਚ ਦਰਜ ਕੀਤੇ ਗਏ ਨੇ। ਸ਼ਬਦ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਹੋਣਗੇ, ਫਿਰ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਬਦ ਹੋਣਗੇ। ਆਪ ਜੀ ਕਹੋਗੇ ਕਿ ਗੁਰੂ ਅੰਗਦ ਸਾਹਿਬ ਦੇ ਕਿਉਂ ਨਹੀਂ? ਗੁਰੂ ਅੰਗਦ ਸਾਹਿਬ ਨੇ 62 ਸ਼ਬਦ ਉਚਾਰਨ ਕੀਤੇ ਨੇ, ਸਾਰੇ ਸ਼ਲੋਕ ਰੂਪ ਦੇ ਵਿੱਚ ਨੇ। ਉਹ ਸਾਰੇ ਜਿਹੜੇ ਨੇ ਵਾਰਾਂ ਦੇ ਨਾਲ ਦਰਜ ਨੇ। ਇਸ ਕਰਕੇ ਗੁਰੂ ਅੰਗਦ ਸਾਹਿਬ ਦੇ ਸ਼ਬਦ ਨਹੀਂ ਆਣਗੇ। ਫਿਰ ਗੁਰੂ ਰਾਮਦਾਸ ਪਾਤਸ਼ਾਹ ਦੇ, ਫਿਰ ਗੁਰੂ ਅਰਜਨ ਸਾਹਿਬ ਦੇ, ਔਰ ਉਹਦੇ ਬਾਅਦ ਅਗਰ ਉਸ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ ਵੀ ਨੇ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਆਣਗੇ। ਉਸੇ ਨੇਮ ਦੇ ਵਿੱਚ ਹੀ ਦਰਜ ਕੀਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ। ਉਸ ਸੰਪਾਦਨ ਵਿਧੀ ਦੇ ਨਾਲ ਬਿਲਕੁਲ ਕੋਈ ਛੇੜਛਾੜ ਨਹੀਂ ਕੀਤੀ ਗਈ। ਉਸੇ ਵਿਧੀ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਯੋਗ ਸਥਾਨਾਂ ਦੇ ਉੱਤੇ ਹੀ ਉਹ ਦਰਜ ਕੀਤੇ। ਹੁਣ ਫਿਰ ਸ਼ਬਦਾਂ ਦੇ ਬਾਅਦ ਅਸ਼ਟਪਦੀਆਂ, ਸੋਲ੍ਹੇ, ਫਿਰ ਛੰਤ ਇਸੇ ਨੇਮ ਚ ਆਣਗੇ। ਪਹਿਲਾਂ ਗੁਰੂ ਨਾਨਕ ਸਾਹਿਬ ਦੇ, ਫਿਰ ਗੁਰੂ ਅਮਰਦਾਸ ਸਾਹਿਬ ਦੇ, ਫਿਰ ਗੁਰੂ ਰਾਮਦਾਸ ਸਾਹਿਬ ਦੇ, ਫਿਰ ਗੁਰੂ ਅਰਜਨ ਸਾਹਿਬ ਦੇ, ਤੇ ਫਿਰ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਦੇ ਵਿੱਚ ਹੈ ਨੇ ਤੇ ਭਾਵੇਂ ਕਿਸੇ ਰਾਗ ਦੇ ਵਿੱਚ ਭਗਤ ਸਾਹਿਬਾਨ ਦੀ ਬਾਣੀ ਨਾ ਹੋਵੇ ਤੇ ਫਿਰ ਉਹ ਨਹੀਂ ਆਏਗੀ। ਉਹਦੇ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਅਦ ਭਗਤ ਸਾਹਿਬਾਨ ਦੀ ਬਾਣੀ ਆਏਗੀ। ਭਗਤ ਸਾਹਿਬਾਨ ਦੀ ਬਾਣੀ ਦਾ ਇਹ ਨੇਮ ਨਹੀਂ ਹੈ, ਕਿਉਂਕਿ ਸਾਰਿਆਂ ਦੀ ਬਾਣੀ ਨਹੀਂ ਹੈ, ਔਰ ਕਿਸੇ ਦਾ ਕੋਈ ਇੱਕ ਸ਼ਬਦ ਹੈ, ਕਿਸੇ ਦੇ 2 ਸ਼ਬਦ ਨੇ, ਕਿਸੇ ਦੇ 4 ਸ਼ਬਦ ਨੇ। ਸੋ ਉਸ ਨੇ ਉਹਦੇ ਵਿੱਚ ਨੇਮ ਨਹੀਂ। ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਹੈ ਉਹ ਇੱਕ ਨੇਮ ਦੇ ਵਿੱਚ ਆਉਂਦੀ ਹੈ। ਉਹਦੇ ਬਾਅਦ ਭਗਤ ਸਾਹਿਬਾਨ ਦੀ ਬਾਣੀ ਆਉਂਦੀ ਹੈ। ਉਹ ਸਤਿਗੁਰੂ ਨੇ ਉਹਦੀ ਪਹਿਲ ਆਪ ਪਛਾਣ ਕੀਤੀ ਹੈ ਵੀ ਕਿਹੜਾ ਜਿਹੜੀ ਹੈ ਪਹਿਲਾਂ ਬਾਣੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰੀ ਬਾਣੀ ਇਸ ਨੇਮ ਦੇ ਨਾਲ ਹੀ ਦਰਜ ਹੈ। ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸ਼ਬਦ, ਫਿਰ ਗੁਰੂ ਅਮਰਦਾਸ ਸਾਹਿਬ ਦੇ ਸ਼ਬਦ, ਫਿਰ ਗੁਰੂ ਰਾਮਦਾਸ ਸਾਹਿਬ ਦੇ ਸ਼ਬਦ, ਫਿਰ ਗੁਰੂ ਅਰਜਨ ਸਾਹਿਬ ਦੇ ਸ਼ਬਦ, ਫਿਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਬਦ, ਫਿਰ ਇਸ ਤਰ੍ਹਾਂ ਹੀ ਇਸੇ ਲੜੀ ਦੇ ਵਿੱਚ ਹੀ ਛੰਤ, ਇਸੇ ਲੜੀ ਵਿੱਚ ਹੀ ਵਾਰਾਂ, ਔਰ ਉਹਦੇ ਬਾਅਦ ਭਗਤ ਸਾਹਿਬਾਨ ਦੇ ਸ਼ਬਦ। ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਸੰਪਾਦਨ ਵਿਧੀ ਚਲਦੀ ਹੈ। ਅੱਜ ਮੈਂ ਸਿਰਫ ਇਹੀ ਆਪ ਜੀ ਨਾਲ ਸਾਂਝੇ ਕਰਨਾ ਚਾਹਨਾ। ਅੱਗੋਂ ਆਪਾਂ ਲੜੀਵਾਰ ਚੱਲਦੇ ਜਾਵਾਂਗੇ। ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ। ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।